ਅੱਜ ਆਪਾਂ ਆਪਣੀ 7ਵੀਂ ਜਮਾਤ ਦੀ ਅੰਗਰੇਜ਼ੀ ਦਾ ਤੀਜਾ ਪਾਠ ਬੀਰਬਲਸ ਖਿਚੜੀ ਇਹ ਕਰਾਂਗੇ। ਟਾਈਟਲ ਦਾ ਮਤਲਬ ਕੀ ਹੈ? ਬੀਰਬਲਸ ਖਿਚੜੀ ਮਤਲਬ ਬੀਰਬਲ ਦੀ ਖਿਚੜੀ। ਬੀਰਬਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕੌਣ ਸੀਗਾ। ਅਕਬਰ ਦੇ ਦਰਬਾਰ 'ਚ ਉਹਦਾ ਸਲਾਹਕਾਰ ਸੀਗਾ ਜਿਹੜਾ ਬਹੁਤ ਹੀ ਜ਼ਿਆਦਾ ਬੁੱਧੀਮਾਨ ਸੀ। ਬੜੀਆਂ ਤੁਸੀਂ ਇਹਨਾਂ ਦੀਆਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਅਕਬਰ ਬੀਰਬਲ ਦੀਆਂ ਕਿ ਉਹ ਕਿਵੇਂ ਹਰ ਸਮੱਸਿਆ ਦਾ ਹੱਲ ਬੜੀ ਆਪਦੀ ਚਤੁਰਾਈ ਨਾਲ ਤੇ ਆਪਦੀ ਬੁੱਧੀ ਨਾਲ ਕਰ ਦਿੰਦਾ ਸੀ। ਅੱਜ ਆਪਾਂ ਪੜ੍ਹਾਂਗੇ ਬੀਰਬਲਸ ਖਿਚੜੀ। ਇਟ ਵਾਜ਼ ਵਿੰਟਰ ਟਾਈਮ। The ponds and lakes near Akbar's palace were all frozen। ਤੇ ਅਕਬਰ ਰਾਜਾ ਸੀ ਜਿਹੜਾ ਉਹਦੇ ਮਹਿਲ ਦੇ ਨੇੜੇ ਜਿੰਨੀਆਂ ਵੀ ਝੀਲਾਂ ਜਾਂ ਛੱਪੜ ਸੀਗੇ ਉਹ ਸਾਰੇ ਜੰਮ ਚੁੱਕੇ ਸੀਗੇ। ਮਤਲਬ ਇੰਨੀ ਜ਼ਿਆਦਾ ਠੰਡ ਪੈ ਰਹੀ ਸੀ। ਐਟ ਅਕਬਰਸ ਕੋਰਟ। ਹੁਣ ਅਕਬਰ ਦੇ ਕੋਰਟ 'ਚ ਅਕਬਰ ਦੇ ਦਰਬਾਰ 'ਚ ਅਕਬਰ ਆਸਕਡ ਬੀਰਬਲ। ਅਕਬਰ ਬੀਰਬਲ ਨੂੰ ਪੁੱਛ ਰਿਹਾ ਟੈਲ ਮੀ ਵਨ ਥਿੰਗ। ਬੀਰਬਲ ਕਹਿੰਦਾ ਬੀਰਬਲ ਮੈਨੂੰ ਇੱਕ ਗੱਲ ਦੱਸ। ਡੂ ਯੂ ਥਿੰਕ ਅ ਮੈਨ ਵਿਲ ਡੂ ਐਨੀਥਿੰਗ ਫॉर ਮਨੀ। ਕਹਿੰਦਾ ਕੀ ਤੂੰ ਇਹ ਸੋਚਦਾ ਵੀ ਇੱਕ ਆਦਮੀ ਪੈਸੇ ਵਾਸਤੇ ਕੁਝ ਵੀ ਕਰ ਸਕਦਾ? ਬੀਰਬਲ ਰਿਪਲਾਈਡ ਯੈਸ ਯੂਅਰ ਮੈਜੈਸਟੀ। ਹੁਣ ਬੀਰਬਲ ਕਹਿੰਦਾ ਹਾਂਜੀ ਜ਼ਰੂਰ, ਹਾਂ ਮਹਾਰਾਜ। ਕਹਿੰਦਾ ਕਰ ਸਕਦਾ। ਅਕਬਰ ਆਰਡਰਡ ਆਲ ਰਾਈਟ ਦੈਨ ਪ੍ਰੂਵ ਇਟ। ਅਕਬਰ ਨੇ ਹੁਣ ਉਹਨੂੰ ਆਰਡਰ ਕੀਤਾ, ਉਹਨੂੰ ਹੁਕਮ ਦਿੱਤਾ ਕਿ ਅੱਛਾ ਜੇ ਇਹ ਗੱਲ ਆ ਤਾਂ ਤੂੰ ਇਹਨੂੰ ਸਾਬਿਤ ਕਰਕੇ ਦਿਖਾ। ਦ ਨੈਕਸਟ ਡੇ ਬੀਰਬਲ ਕੇਮ ਟੂ ਦ ਕੋਰਟ ਅਲੋਂਗ ਵਿਦ ਦ ਪੂਅਰ ਬ੍ਰਾਹਮਣ। ਅਗਲੇ ਦਿਨ ਬੀਰਬਲ ਦਰਬਾਰ 'ਚ ਇੱਕ ਗਰੀਬ ਬ੍ਰਾਹਮਣ ਨੂੰ, ਇੱਕ ਗਰੀਬ ਪੰਡਿਤ ਨੂੰ ਲੈ ਆਇਆ। ਹੀ ਵਾਜ਼ ਐਕਸਟ੍ਰੀਮਲੀ ਪੂਅਰ ਐਂਡ ਹਿਸ ਫੈਮਿਲੀ ਵਾਜ਼ ਸਟਾਰਵਿੰਗ। ਉਹ ਬਹੁਤ ਹੀ ਜ਼ਿਆਦਾ ਗਰੀਬ ਸੀ ਤੇ ਜਿਹੜਾ ਉਹਦਾ ਪਰਿਵਾਰ ਸੀ ਉਹ ਭੁੱਖ ਨਾਲ ਮਰ ਰਿਹਾ ਸੀ। ਸਟਾਰਵਿੰਗ ਮਤਲਬ ਹੁੰਦਾ ਭੁੱਖਮਰੀ। ਹੀ ਹੈਡ ਨੋ ਮਨੀ ਟੂ ਫੀਡ ਦੈਮ। ਕਹਿੰਦਾ ਉਹਦੇ ਕੋਲੇ ਕੋਈ ਵੀ ਪੈਸਾ ਨਹੀਂ ਸੀ ਕਿ ਉਹਨਾਂ ਨੂੰ ਭੋਜਨ ਲਿਆ ਕੇ ਖਵਾ ਦੇ, ਉਹਨਾਂ ਨੂੰ ਕੁਛ ਖਵਾ ਪਿਆ ਦੇਵੇ। ਬੀਰਬਲ ਸੈਡ ਟੂ ਦ ਕਿੰਗ। ਬੀਰਬਲ ਨੇ ਰਾਜੇ ਨੂੰ ਕਿਹਾ ਦਿਸ ਬ੍ਰਾਹਮਣ ਇਜ਼ ਰੈਡੀ ਟੂ ਡੂ ਐਨੀਥਿੰਗ ਫॉर ਦ ਸੇਕ ਆਫ ਮਨੀ। ਕਹਿੰਦਾ ਇਹ ਬ੍ਰਾਹਮਣ ਹੈ, ਇਹ ਕਹਿੰਦਾ ਪੈਸੇ ਲਈ ਕੁਝ ਵੀ ਕਰ ਸਕਦਾ। ਅਕਬਰ ਆਸਕ ਵਿਲ ਹੀ ਡੂ ਵਾਟ ਆਈ ਸੇ। ਕਹਿੰਦਾ ਕੀ ਇਹ ਕਰੂਗਾ ਜਿਹੜਾ ਮੈਂ ਇਹਨੂੰ ਕਹੂੰਗਾ? ਐਨੀਥਿੰਗ ਇਫ ਆਈ ਗੈਟ ਸਮ ਮਨੀ ਟੂ ਫੀਡ ਮਾਈ ਫੈਮਿਲੀ ਸੈਡ ਦ ਪੂਅਰ ਬ੍ਰਾਹਮਣ ਬਿਫੋਰ ਬੀਰਬਲ ਕੁਡ ਰਿਪਲਾਈ। ਕਹਿੰਦਾ ਇਹ ਤੋਂ ਪਹਿਲਾਂ ਕਿ ਬੀਰਬਲ ਕੁਝ ਬੋਲਦਾ ਉਹ ਬ੍ਰਾਹਮਣ ਪਹਿਲਾਂ ਹੀ ਬੋਲ ਪਿਆ ਕਿ ਹਾਂ ਮੈਂ ਕੁਝ ਵੀ ਕਰ ਸਕਦਾ ਜੇ ਤੁਸੀਂ ਮੈਨੂੰ ਕੁਝ ਕੁ ਪੈਸੇ ਦੇ ਦੋਗੇ ਮੇਰੇ ਪਰਿਵਾਰ ਨੂੰ ਭੋਜਨ ਖਵਾਉਣ ਵਾਸਤੇ। The king said to the Brahmin, stand inside the frozen pond all through the night without any clothes and I will give you 2000 gold coins। ਹੁਣ ਉਹ ਰਾਜਾ ਅਕਬਰ ਕਹਿੰਦਾ ਤੂੰ ਐਂ ਕਰ, ਆਹ ਜਿਹੜਾ ਛੱਪੜ ਹੈ ਉਹ ਛੱਪੜ ਆਪਾਂ ਦੇਖਿਆ ਸੀ ਇੰਨੀ ਜ਼ਿਆਦਾ ਠੰਡ ਪਈ ਹੋਈ ਸੀ, ਜੰਮੇ ਪਏ ਸੀ। ਕਹਿੰਦਾ ਤੂੰ ਆਹ ਜੰਮੇ ਹੋਏ ਛੱਪੜ ਦੇ ਵਿੱਚ ਖੜ ਜਾ ਤੇ ਸਾਰੀ ਰਾਤ ਖੜਾ ਰਹੀ ਤੇ ਫਿਰ ਜੇ ਤੂੰ ਇਹ ਕੰਮ ਕਰਤਾ ਤਾਂ ਤੜਕੇ ਤੈਨੂੰ ਮੈਂ 2000 ਸਿਉਣੇ ਦੇ ਸਿੱਕੇ ਦੇਵਾਂਗਾ। ਦ ਪੂਅਰ ਬ੍ਰਾਹਮਣ ਨੀਡਡ ਮਨੀ। ਹੁਣ ਉਹ ਗਰੀਬ ਬ੍ਰਾਹਮਣ ਨੂੰ ਤਾਂ ਪੈਸੇ ਚਾਹੀਦੇ ਸੀ। ਹੀ ਹੈਡ ਨੋ ਚੋਇਸ। ਹੁਣ ਉਹਦੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਸੀ, ਹੋਰ ਕੋਈ ਚੋਇਸ ਵੀ ਨਹੀਂ ਸੀ ਵੀ ਉਹ ਕੁਝ ਹੋਰ ਕਰੇ। ਹੀ ਸਟੁੱਡ ਇਨ ਦ ਫਰੋਜ਼ਨ ਪੌਂਡ ਆਲ ਥਰੂ ਦ ਨਾਈਟ ਸ਼ਿਵਰਿੰਗ। ਉਹ ਸਾਰੀ ਰਾਤ ਉੱਥੇ ਜੰਮੇ ਹੋਏ ਛੱਪੜ 'ਚ ਖੜਾ ਰਿਹਾ ਤੇ ਉਹ ਕੰਬਦਾ ਰਿਹਾ। ਸ਼ਿਵਰਿੰਗ ਮਤਲਬ ਹੁੰਦਾ ਕੰਬਣਾ। ਜਦੋਂ ਠੰਡ ਨਾਲ ਆਪਾਂ ਨੂੰ ਠੰਡ ਲੱਗਦੀ ਹੁੰਦੀ ਆਪਾਂ ਕੰਬਦੇ ਹੁੰਦੇ ਆ ਨਾ, ਉਹਦਾ ਮਤਲਬ ਹੁੰਦਾ ਸ਼ਿਵਰਿੰਗ। ਇਨ ਦ ਮੋਰਨਿੰਗ ਹੀ ਰਿਟਰਨ ਟੂ ਅਕਬਰਸ ਕੋਰਟ ਟੂ ਰਿਸੀਵ ਹਿਜ਼ ਰਿਵਾਰਡ ਆਫ 2000 coins। ਹੁਣ ਉਹ ਜਦੋਂ ਸਵੇਰ ਹੋਈ, ਜਦੋਂ ਹੀ ਉਹ ਰਾਜੇ ਦੇ ਦਰਬਾਰ 'ਚ ਆ ਗਿਆ ਵੀ ਤਾਂ ਕਿ ਉਹਨੂੰ ਜਿਹੜਾ ਉਹਦਾ 2000 ਸਿੱਕਿਆਂ ਦੀ ਗੱਲ ਹੋਈ ਆ ਉਹਨੂੰ 2000 ਸਿਉਣੇ ਦੇ ਸਿੱਕੇ ਮਿਲ ਸਕਣ। ਦ ਕਿੰਗ ਆਸਕਡ ਦ ਬ੍ਰਾਹਮਣ ਹਾਊ ਕੁਡ ਯੂ ਸਟੈਂਡ ਇਨ ਦ ਫਰੋਜ਼ਨ ਪੌਂਡ ਇਨ ਸੱਚ ਐਨ ਐਕਸਟਰੀਮ ਟੈਂਪਰੇਚਰ। ਹੁਣ ਰਾਜਾ ਉਹਨੂੰ ਕਹਿੰਦਾ ਤੂੰ ਸਾਰੀ ਰਾਤ ਉੱਥੇ ਛੱਪੜ 'ਚ ਕਿਵੇਂ ਖੜਾ ਰਿਹਾ ਇੰਨੀ ਜ਼ਿਆਦਾ ਸਰਦੀ 'ਚ? ਉੱਥੇ ਟੈਂਪਰੇਚਰ ਇੰਨਾ ਜ਼ਿਆਦਾ ਘੱਟ ਹੈ, ਮਤਲਬ ਇੰਨੀ ਜ਼ਿਆਦਾ ਸਰਦੀ ਹੈ, ਤੂੰ ਫਿਰ ਵੀ ਸਾਰੀ ਰਾਤ ਉੱਥੇ ਕਿਵੇਂ ਖੜਾ ਰਿਹਾ? ਦ ਇਨੋਸੈਂਟ ਬ੍ਰਾਹਮਣ ਰਿਪਲਾਈਡ। ਹੁਣ ਉਹ ਭੋਲਾ ਬ੍ਰਾਹਮਣ ਸੀ ਜਿਹੜਾ, ਉਹਨੇ ਉੱਤਰ ਦਿੱਤਾ I could see faintly glowing lights of the palace a mile away and that was a ray of hope for me. I kept looking at the lights and thinking about my family
that they will get food if I continue to stand in the pond। ਹੁਣ ਉਹ ਕਹਿੰਦਾ ਮੈਂ ਦੂਰੋਂ ਜਿਉਂ ਤੁਹਾਡੇ ਮਹਿਲ 'ਚ ਚਮਕਦੀਆਂ ਜਗਦੀਆਂ ਲਾਈਟਾਂ ਦੇਖ ਰਿਹਾ ਸੀਗਾ। 1 ਮੀਲ ਦੂਰ ਨੇ ਤੇ ਮੈਨੂੰ ਇਸ ਕਰਕੇ ਧੁੰਦਲੀਆਂ ਜਿਹੀਆਂ ਦਿਸ ਰਹੀਆਂ ਸੀ, ਤੇ ਇਹ ਦੇਖ ਕੇ ਮੈਨੂੰ ਇੱਕ ਆਸ ਦੀ ਜਿਹੜੀ ਕਿਰਨ ਆ ਉਹ ਮੇਰੇ ਉੱਤੇ ਪੈ ਰਹੀ ਸੀ, ਮੈਨੂੰ ਨਜ਼ਰ ਆ ਰਹੀ ਸੀ। ਕਿਉਂਕਿ ਜਦੋਂ ਮੈਂ ਇਹਨਾਂ ਲਾਈਟਸ ਕੰਨੀ ਇਹ ਰੌਸ਼ਨੀ ਆ ਰਹੀ ਸੀ ਜਿਹੜੀ ਉਹਨਾਂ ਕੰਨੀ ਦੇਖ ਰਿਹਾ ਸੀ, ਤਾਂ ਮੈਂ ਆਪਣੇ ਪਰਿਵਾਰ ਬਾਰੇ ਸੋਚ ਰਿਹਾ ਸੀ ਕਿ ਹਾਂ ਹੁਣ ਮੈਨੂੰ ਪੈਸੇ ਮਿਲ ਜਾਣਗੇ ਤੇ ਮੈਂ ਜਾ ਕੇ ਉਹਨਾਂ ਨੂੰ ਭੋਜਨ ਖਵਾਊਂਗਾ। ਤੇ ਇਸੇ ਆਕਾਸ਼ ਦੀ ਕਿਰਨ ਨੇ ਮੈਨੂੰ ਛੱਪੜ 'ਚ ਖੜਾ ਰਹਿਣ ਦੀ ਤਾਕਤ ਦਿੱਤੀ। ਮੈਂ ਛੱਪੜ 'ਚ ਖੜਾ ਰਿਹਾ। ਅਕਬਰ ਸਡਨਲੀ ਬਿਕੇਮ ਵੈਰੀ ਸਟਰਨ ਮਤਲਬ ਹੁੰਦਾ ਸਖਤ ਹੋ ਜਾਣਾ, ਸੀਰੀਅਸ ਹੋ ਜਾਣਾ। ਹੁਣ ਅਕਬਰ ਸੀ ਉਹ ਇੱਕਦਮ ਸਖਤ ਹੋ ਗਿਆ, ਸੀਰੀਅਸ ਹੋ ਗਿਆ। ਹੀ ਸੈਡ ਹਾਰਸ਼ਲੀ, ਓ ਬ੍ਰਾਹਮਣ ਯੂ ਹੈਵ ਚੀਟਡ ਮੀ। ਹਾਰਸ਼ਲੀ ਦਾ ਮਤਲਬ ਹੁੰਦਾ ਬੜੀ ਸਖਤੀ ਨਾਲ, ਬੜੇ ਗੁੱਸੇ 'ਚ। ਕਹਿੰਦਾ ਉਹ ਬ੍ਰਾਹਮਣ ਤੂੰ ਮੈਨੂੰ ਧੋਖਾ ਦਿੱਤਾ ਹੈ। ਆਈ ਵਿਲ ਨਾਟ ਗਿਵ ਯੂ ਐਨੀ ਰਿਵਾਰਡ ਫॉर ਦਿਸ। ਕਹਿੰਦਾ ਮੈਂ ਤੈਨੂੰ ਇਹਦੇ ਲਈ ਕੋਈ ਵੀ ਇਨਾਮ ਨਹੀਂ ਦੇਊਂਗਾ। ਯੂ ਲੁੱਕਡ ਐਟ ਦਾ ਪੈਲੇਸ ਲਾਈਟਸ ਐਂਡ ਗॉट ਵਾਰਮਥ ਫਰੋਮ ਦਾ ਲਾਈਟਸ। ਕਹਿੰਦਾ ਤੂੰ ਤਾਂ ਜਿਹੜਾ ਇਹ ਰਾਜ ਮਹਿਲ ਆ, ਮੇਰਾ ਮਹਿਲ ਆ, ਇਹਦੀਆਂ ਲਾਈਟਸ ਕੰਨੀ ਜਿਹੜੀਆਂ ਇੱਥੇ ਲਾਈਟਾਂ ਚੱਲੀ ਜਾਂਦੀਆਂ ਸੀ ਉਹਨਾਂ ਤੋਂ ਗਰਮੈਸ਼ ਲਈ ਹੈ, ਉਹਨਾਂ ਦੀ ਗਰਮੀ ਕਰਕੇ ਤੂੰ ਉੱਥੇ ਖੜਾ ਰਿਹਾ, ਤੂੰ ਮੈਨੂੰ ਧੋਖਾ ਦੇ ਗਿਆ। ਯੂ ਡੂ ਨਾਟ ਡਿਜ਼ਰਵ ਦਾ ਰਿਵਾਰਡ। ਕਹਿੰਦਾ ਤੂੰ ਇਨਾਮ ਦਾ ਹੱਕਦਾਰ ਨਹੀਂ ਹੈ, ਤੂੰ ਮੇਰੇ ਨਾਲ ਧੋਖਾ ਕੀਤਾ। ਬੀਰਬਲ ਸੈਡ, Your Majesty, it is impossible to get the warmth from the lights glowing so far away। ਹੁਣ ਬੀਰਬਲ ਕਹਿੰਦਾ ਮਹਾਰਾਜ ਇਹ ਤਾਂ ਨਾਮੁਮਕਿਨ ਹੈ ਵੀ 1 ਮੀਲ ਦੂਰ ਤੁਹਾਡੇ ਮਹਿਲ 'ਚ ਲਾਈਟਾਂ ਚੱਲ ਰਹੀਆਂ ਸੀ ਤੇ ਉਹਨਾਂ ਦੀ ਗਰਮੈਸ਼ ਉੱਥੇ ਬ੍ਰਾਹਮਣ ਤੱਕ ਪਹੁੰਚ ਗਈ ਹੋਵੇ ਤੇ ਉਹਨੂੰ ਨਿੱਘ ਮਹਿਸੂਸ ਹੋਇਆ ਹੋਵੇ। ਇਹ ਤਾਂ ਨਾਮੁਮਕਿਨ ਹੈ, ਐਂ ਕਿਵੇਂ ਹੋ ਸਕਦਾ ਵੀ ਇੰਨੀ ਦੂਰੋਂ ਉਹਨੂੰ ਇਹ ਲਾਈਟਾਂ ਦਾ ਨਿੱਘ ਮਿਲ ਗਿਆ। ਅਕਬਰ ਡਿਡ ਨਾਟ ਲਿਸਨ ਟੂ ਹਿਮ। ਅਕਬਰ ਨੇ ਉਹਦੀ ਕੋਈ ਗੱਲ ਨਹੀਂ ਸੁਣੀ। ਹਾਊ ਕੁਡ ਦਾ ਪੂਅਰ ਬ੍ਰਾਹਮਣ ਆਰਗਿਊ ਵਿਦ ਦਾ ਐਂਪਰਰ। ਹੁਣ ਜਿਹੜਾ ਉਹ ਵਿਚਾਰਾ ਗਰੀਬ ਬ੍ਰਾਹਮਣ ਸੀ ਉਹ ਇੱਕ ਰਾਜੇ ਨਾਲ ਕਿਵੇਂ ਬਹਿਸ ਕਰ ਸਕਦਾ। ਹੀ ਰਿਟਰਨ ਡਿਸਅਪੁਆਇੰਟਡ ਐਂਡ ਬੇਅਰ ਹੈਂਡਡ ਫਰੋਮ ਅਕਬਰਸ ਕੋਰਟ। ਇਸ ਕਰਕੇ ਵਿਚਾਰਾ ਉਹ ਨਿਰਾਸ਼ ਹੋ ਕੇ, ਦੁਖੀ ਹੋ ਕੇ ਤੇ ਖਾਲੀ ਹੱਥੀਂ ਉੱਥੋਂ ਅਕਬਰ ਦੇ ਦਰਬਾਰ 'ਚੋਂ ਵਾਪਸ ਮੁੜ ਗਿਆ। ਹੋਰ ਉਹ ਕਰ ਵੀ ਕੀ ਸਕਦਾ ਸੀ ਵਿਚਾਰਾ। The next day, ਬੀਰਬਲ did not go to Akbar's court। ਅਗਲੇ ਦਿਨ ਬੀਰਬਲ ਅਕਬਰ ਦੇ ਦਰਬਾਰ 'ਚ ਨਹੀਂ ਪਹੁੰਚਿਆ, ਨਹੀਂ ਆਇਆ। He sent a messenger to the emperor saying that he would come to the court only after his ਖਿਚੜੀ gets cooked। ਉਹਨੇ ਕਿਸੇ ਰਾਹੀਂ ਆਪਣਾ ਸੁਨੇਹਾ ਭੇਜਤਾ ਅਕਬਰ ਤੱਕ ਕਿ ਬੀਰਬਲ ਓਨਾ ਟਾਈਮ ਨਹੀਂ ਆਉਂਦਾ ਜਿੰਨਾ ਟਾਈਮ ਉਹਦੀ ਖਿਚੜੀ ਨਹੀਂ ਪੱਕ ਜਾਂਦੀ। ਮਤਲਬ ਵੀ ਉਹ ਘਰੇ ਖਿਚੜੀ ਪਕਾ ਰਿਹਾ, ਜਦੋਂ ਉਹਦੀ ਖਿਚੜੀ ਪੱਕ ਗਈ ਉਦੋਂ ਬੀਰਬਲ ਦਰਬਾਰ 'ਚ ਆ ਜਾਊ। ਬੀਰਬਲ ਡਿਡ ਨਾਟ ਟਰਨ ਅਪ ਈਵਨ ਆਫਟਰ 5 days। ਕਹਿੰਦੇ 5 ਦਿਨ ਲੰਘ ਗਏ ਸੀ, ਬੀਰਬਲ ਤਾਂ ਹਜੇ ਵੀ ਨਹੀਂ ਆਇਆ। ਦ ਐਂਪਰਰ ਹਿਮਸੈਲਫ ਵੈਂਟ ਟੂ ਬੀਰਬਲਸ ਹਾਊਸ ਟੂ ਸੀ ਵਾਟ ਹੀ ਵਾਜ਼ ਡੂਇੰਗ। ਕਹਿੰਦੇ ਹੁਣ ਉਹ ਰਾਜਾ ਆਪ ਬੀਰਬਲ ਦੇ ਘਰੇ ਗਿਆ ਕਿ ਜਾ ਕੇ ਦੇਖਾਂ ਤਾਂ ਸਹੀ ਬੀਰਬਲ ਕਰੀ ਕੀ ਜਾਂਦਾ ਹੈ, ਉਹ ਆਇਆ ਕਿਉਂ ਨਹੀਂ, 5 ਦਿਨ ਹੋ ਗਏ ਉਹਨੂੰ। ਹੀ saw that ਬੀਰਬਲ had lit the fire and kept the pot of uncooked ਖਿਚੜੀ 1 yard above the fire। ਉਹ ਜਾ ਕੇ ਕੀ ਦੇਖਦਾ ਕਿ ਬੀਰਬਲ ਨੇ ਅੱਗ ਮਚਾ ਰੱਖੀ ਹੈ ਤੇ ਉਹਨੇ ਖਿਚੜੀ ਹੈ ਜਿਹੜੀ ਉਹ ਇੱਕ ਆਪਦੇ ਭਾਂਡੇ 'ਚ ਪਾ ਕੇ ਅੱਗ ਤੋਂ 1 ਗਜ ਉੱਤੇ ਚੱਕ ਕੇ ਤਹਾਂ ਰੱਖ ਰੱਖੀ ਹੈ, ਤਹਾਂ ਬੰਨ ਰੱਖੀ ਹੈ। ਮਤਲਬ ਉਹ ਜਿਹੜੀ ਖਿਚੜੀ ਹੈ, ਖਿਚੜੀ ਵਾਲਾ ਭਾਂਡਾ ਉਹ ਅੱਗ ਤੋਂ 1 ਗਜ ਦੂਰ ਹੈ। ਅਕਬਰ ਸੈਡ, ਬੀਰਬਲ ਆਈ ਕੰਸੀਡਰਡ ਯੂ ਟੂ ਦਾ ਵਾਈਜ਼ੈਸਟ ਇਨ ਦਿਸ ਕੰਟਰੀ ਬਟ ਯੂ ਹੈਵ ਪ੍ਰੂਵਡ ਮੀ ਰੋਂਗ। ਅਕਬਰ ਕਹਿੰਦਾ ਉਹ ਬੀਰਬਲ ਮੈਂ ਤਾਂ ਕਹਿੰਦਾ ਤੈਨੂੰ ਇਸ ਦੇਸ਼ 'ਚ ਸਾਰਿਆਂ ਤੋਂ ਬੁੱਧੀਮਾਨ ਤੇ ਸਮਝਦਾਰ ਸਮਝਦਾ ਸੀ। ਕਹਿੰਦਾ ਪਰ ਤੂੰ ਤਾਂ ਮੈਨੂੰ ਗਲਤ ਸਾਬਤ ਕਰਤਾ, ਤੂੰ ਤਾਂ ਜਮਾ ਹੀ ਮੂਰਖਾਂ। ਬੀਰਬਲ ਸੈਡ, ਵਾਈ ਯੂਅਰ ਮੈਜੈਸਟੀ। ਹੁਣ ਬੀਰਬਲ ਕਹਿੰਦਾ ਕਿਉਂ ਮਹਾਰਾਜ। ਅਕਬਰ ਸੈਡ, ਹਾਊ ਵਿਲ ਦਾ ਖਿਚੜੀ ਗੈਟ ਕੁਕਡ ਵੈਨ ਇਟ ਇਜ਼ 1 yard above the fire। ਵਾਟ ਇਜ਼ ਰੋਂਗ ਵਿਦ ਯੂ ਬੀਰਬਲ। ਹੁਣ ਅਕਬਰ ਕਹਿੰਦਾ ਖਿਚੜੀ ਕਿਵੇਂ ਪੱਕੂਗੀ, ਤੂੰ ਤਾਂ ਇਹਨੂੰ 1 ਗਜ ਤਹਾਂ ਹਵਾ 'ਚ ਰੱਖੀ ਬੈਠਾਂਗਾ, ਅੱਗ ਤਾਂ ਇਹਦੇ ਤੱਕ ਪਹੁੰਚਦੀ ਨਹੀਂ। ਉਹ ਕਹਿੰਦਾ ਬੀਰਬਲ ਤੈਨੂੰ ਕੀ ਸਮੱਸਿਆ, ਤੈਨੂੰ ਆ ਕੀ ਹੋ ਗਿਆ, ਤੂੰ ਕਰੀ ਕੀ ਜਾਂਦਾ। ਬੀਰਬਲ ਕੈਪਟ ਸਟੀਰਿੰਗ ਦਾ ਪੋਟ ਐਂਡ ਰਿਪਲਾਈਡ। ਹੁਣ ਬੀਰਬਲ ਨਾਲ ਉਹ ਖਿਚੜੀ 'ਚ ਆਪਦੀ ਕੜਛੀ ਵੀ ਮਾਰੀ ਜਾਂਦਾ ਸੀ ਤੇ ਉਹਨੇ ਨਾਲ ਜਵਾਬ ਵੀ ਦਿੱਤਾ। ਓ ਮਾਈ ਗ੍ਰੇਟ ਐਂਪਰਰ, ਵੈਨ ਇਟ ਇਜ਼ ਪੋਸੀਬਲ ਫॉर ਅ ਪਰਸਨ ਟੂ ਰਿਸੀਵ ਵਾਰਮਥ ਫਰੋਮ ਦਾ ਫੇਂਟਲੀ ਗਲੋਇੰਗ ਲਾਈਟਸ ਅ ਮਾਈਲ ਅਵੇ। ਹੁਣ ਉਹ ਕਹਿੰਦਾ ਜਦੋਂ ਕੋਈ ਬੰਦਾ 1 ਮੀਲ ਤੋਂ
ਧੁੰਦਲੀਆਂ ਚੱਲ ਰਹੀਆਂ ਲਾਈਟਾਂ ਦੀ ਗਰਮੈਸ਼ ਵੀ ਲੈ ਸਕਦਾ। ਦੈਨ ਇਟ ਸ਼ੁੱਡ ਬੀ ਪੋਸੀਬਲ ਫॉर ਦਿਸ ਖਿਚੜੀ ਵਿਚ ਜਸਟ ਅ ਯਾਰਡ ਅਬਵ ਦਾ ਫਾਇਰ ਟੂ ਗੈਟ ਕੁਕਡ। ਕਹਿੰਦਾ ਫਿਰ ਤਾਂ ਮੇਰੀ ਇਹ ਜਿਹੜੀ ਖਿਚੜੀ ਮੈਂ ਧਰੀ ਹੋਈ ਹੈ ਤਾਂ ਸਿਰਫ 1 ਗਜ ਦੂਰ ਹੈ, ਤਾਂ ਇਹ ਵੀ ਅੱਗ ਚੋਂ ਗਰਮੈਸ਼ ਲੈ ਲੂਗੀ ਤੇ ਪੱਕ ਜੂਗੀ। ਅਕਬਰ ਰਿਅਲਾਈਜ਼ਡ ਹਿਜ਼ ਮਿਸਟੇਕ। ਤੇ ਅਕਬਰ ਨੂੰ ਇਹ ਸੁਣ ਕੇ ਸਾਰੀ ਉਹਦੇ ਕਹਾਣੀ ਦਿਮਾਗ 'ਚ ਘੁੰਮ ਗਈ ਤੇ ਉਹਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ। ਹੀ ਕਾਲਡ ਦਾ ਪੂਅਰ ਬ੍ਰਾਹਮਣ ਐਂਡ ਗੇਵ ਹਿਮ 2000 ਗੋਲਡ ਕਾਇਨਸ। ਤੇ ਉਹਨੇ ਉਹ ਗਰੀਬ ਬ੍ਰਾਹਮਣ ਨੂੰ ਬੁਲਾਇਆ ਤੇ ਉਹਨੂੰ 2000 ਸਿਉਣੇ ਦੇ ਸਿੱਕੇ ਦਿੱਤੇ। ਜਿਵੇਂ ਉਹਨੇ ਉਹਦੇ ਨਾਲ ਗੱਲ ਕਰੀ ਸੀ, ਵਾਅਦਾ ਕਰਿਆ ਸੀ, ਉਵੇਂ ਹੀ ਉਹਨੇ ਆਪਦਾ ਵਾਅਦਾ ਪੂਰਾ ਕੀਤਾ ਤੇ ਉਹਨੂੰ 2000 ਸਿਉਣੇ ਦੇ ਸਿੱਕੇ ਦੇਤੇ। ਅਕਬਰ ਵਾਜ਼ ਹੈਪੀ ਦੈਟ ਬੀਰਬਲ ਹੈਡ ਹੈਲਪਡ ਹਿਮ ਟੂ ਰਿਅਲਾਈਜ਼ ਹਿਜ਼ ਮਿਸਟੇਕ। ਅਕਬਰ ਬੜਾ ਖੁਸ਼ ਸੀ ਕਿ ਬੀਰਬਲ ਨੇ ਉਹਨੂੰ ਉਹਦੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ। ਇਹ ਸੀ ਆਪਣਾ ਸਾਰਾ ਪਾਠ। ਪੂਰੀ ਕਹਾਣੀ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਕੱਲੀ ਲਾਈਨ ਦੀ ਆਪਾਂ ਵਿਆਖਿਆ ਕੀਤੀ ਹੈ ਤੇ ਪੂਰੀ ਕਹਾਣੀ ਤੁਹਾਡੇ ਦਿਮਾਗ 'ਚ ਬੈਠ ਗਈ ਹੋਊਗੀ ਕਿ ਪੂਰੀ ਕਹਾਣੀ 'ਚ ਕੀ ਹੋਇਆ ਸੀ, ਕਿਵੇਂ ਬੀਰਬਲ ਨੇ ਅਕਬਰ ਨੂੰ ਉਹਦੀ ਗਲਤੀ ਦਾ ਅਹਿਸਾਸ ਕਰਾਇਆ। ਇਹਦੇ ਨਾਲ ਹੀ ਆਪਣਾ ਇਹ ਸਾਰਾ ਪਾਠ ਪੂਰਾ ਹੋ ਗਿਆ। ਅੱਜ ਲਈ ਆਪਾਂ ਇੰਨਾ ਕੀ ਕਰਾਂਗੇ ਤੇ ਅਗਲੀ ਵੀਡੀਓ 'ਚ ਆਪਾਂ ਇਹਦੇ ਪ੍ਰਸ਼ਨ ਉੱਤਰ ਤੇ ਐਕਸਰਸਾਈਜ਼ ਕਰਾਂਗੇ।